ਵਾਹਿਗੁਰੂ ਜੀ ਕੀ ਫਤਿਹ। आओ जी, आज असी जपजी साहिब जी की दूसरी पौड़ी दी विचार साझी करिए जी। दूसरी पौड़ी दे विच धन गुरु नानक साहिब महाराज जो फरमान करते हैं वो परमात्मा के हुक्म बारे एक इशारा है। जदों सिद्धा ने प्रश्न किया सी महाराज नूं कि महाराज असीं फिर किवें सचियार हो सकते हाँ, ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀਗਾ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿ ਕੇ, ਉਹਦੀ ਰਜ਼ਾ ਦੇ ਵਿੱਚ ਰਹਿ ਕੇ ਅਸੀਂ ਸਚਿਆਰ ਹੋ ਸਕਦੇ ਹਾਂ। ਹੁਣ ਅੱਗੋਂ ਪ੍ਰਸ਼ਨ ਫਿਰ ਸਿੱਧਾ ਨੇ ਕੀਤਾ ਹੈ ਕਿ ਨਾਨਕ ਜੀ ਇਹ ਦੱਸਣਾ ਕਰੋ ਕਿ ਉਸ ਪਰਮਾਤਮਾ ਦਾ ਹੁਕਮ ਕੀ ਹੈ। ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਪਜੀ ਸਾਹਿਬ ਜੀ ਦੀ ਦੂਸਰੀ ਪੌੜੀ ਦੇ ਵਿੱਚ ਇੱਕ ਇਸ਼ਾਰਾ ਮਾਤਰ ਦੱਸਿਆ ਹੈ ਕਿ ਉਸ ਪਰਮਾਤਮਾ ਦਾ ਹੁਕਮ ਕੀ ਹੈ। ਤਾਂ ਮਹਾਰਾਜ ਫਰਮਾਉਂਦੇ ਹਨ ਜੀ, ਹੁਕਮੀ ਹੋਵਨ ਆਕਾਰ। ਮਹਾਰਾਜ ਕਹਿੰਦੇ ਜੋ ਇਹ ਸ੍ਰਿਸ਼ਟੀ ਹੈ, ਬ੍ਰਹਿਮੰਡ ਹੈ, ਜੋ ਇਹ ਆਕਾਰ ਹੈ, ਇਹ ਉਸ ਨਿਰਾਕਾਰ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਪ੍ਰਗਟ ਹੋਇਆ ਹੈ। ਜਿੰਨਾ ਵੀ ਅਸੀਂ ਦ੍ਰਿਸ਼ਮਾਨ ਆਕਾਰ, ਖੰਡ ਬ੍ਰਹਿਮੰਡ, ਸੂਰਜ, ਚੰਦਰਮਾ, ਤਾਰੇ, ਜੋ ਵੀ ਅਸੀਂ ਆਕਾਰ ਰੂਪ ਚੀਜ਼ਾਂ ਦੇਖ ਰਹੇ ਹਾਂ, ਇਹ ਸਾਰੀਆਂ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਪ੍ਰਗਟ ਹੋਈਆਂ ਹਨ। ਹੁਕਮ ਨਾ ਕਿਹਾ ਜਾਈ। ਮਹਾਰਾਜ ਫਿਰ ਕਹਿੰਦੇ ਹਨ ਕਿ ਉਸ ਪ੍ਰਭੂ ਪਰਮਾਤਮਾ ਦਾ ਹੁਕਮ ਜਿਹੜਾ ਹੈ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਉਹ ਹੁਕਮ ਕਿਸ ਤਰ੍ਹਾਂ ਦਾ ਹੈ, ਹੁਕਮ ਕੀ ਹੈ। ਇਸ ਨੂੰ ਜੇ ਆਪਾਂ ਸ਼ਬਦਾਂ ਦੇ ਵਿੱਚ ਬਿਆਨ ਕਰੀਏ ਤਾਂ ਸ਼ਬਦਾਂ ਦੇ ਵਿੱਚ ਇਹਦਾ ਵਰਣਨ ਨਹੀਂ ਹੋ ਸਕਦਾ। ਤਾਂ ਮਹਾਰਾਜ ਫਰਮਾਉਂਦੇ ਹਨ ਹੁਕਮ ਨਾ ਕਿਹਾ ਜਾਈ। ਮਹਾਰਾਜ ਦੱਸਦੇ ਹਨ ਕਿ ਇੱਕ ਇਸ਼ਾਰਾ ਮਾਤਰ ਸਮਝੋ ਕਿ ਮੰਨ ਲੀਜੀਏ ਜਿਵੇਂ ਅਸੀਂ ਕੋਈ ਬੜਾ ਸੋਹਣਾ ਸੰਗੀਤ ਜਾਂ ਗਾਣਾ ਸੁਣ ਕੇ ਆਉਂਦੇ ਹਾਂ ਤਾਂ ਅਸੀਂ ਉਹਨੂੰ ਫੀਲ ਕਰ ਸਕਦੇ ਹਾਂ, ਬਟ ਜੇ ਅਸੀਂ ਕਹੀਏ ਉਵੇਂ ਗਾ ਕੇ ਦਿਖਾਇਆ ਜਾਏ ਤਾਂ ਅਸੀਂ ਉਸ ਤਰ੍ਹਾਂ ਗਾ ਕੇ ਉਹਨੂੰ ਨਹੀਂ ਦਿਖਾ ਸਕਦੇ ਜਾਂ ਦੱਸ ਸਕਦੇ। ਬਸ ਉਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹਨ ਕਿ ਉਹਦਾ ਹੁਕਮ ਜਿਹੜਾ ਹੈ ਉਹ ਬਹੁਤ ਅਪਾਰ ਹੈ, ਉਸ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਪਰ ਇੱਕ ਇਸ਼ਾਰਾ ਮਾਤਰ ਸਿੱਧਾਂ ਦਾ ਉੱਤਰ ਦੇਣ ਲਈ ਮਹਾਰਾਜ ਨੇ ਇਹ ਪੰਕਤੀ ਵਿੱਚ ਅੱਗੇ ਵਿਚਾਰ ਕੀਤੀ ਹੈ। ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ। ਮਹਾਰਾਜ ਕਹਿੰਦੇ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਜੀ ਜੰਤ ਜਿਹੜੇ ਹਨ ਉਹ ਪੈਦਾ ਹੋ ਰਹੇ ਹਨ ਔਰ ਉਸ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਉਹਨਾਂ ਨੂੰ ਵਡਿਆਈ ਜੋ ਹੈ ਉਹ ਮਿਲ ਰਹੀ ਹੈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਮਹਾਰਾਜ ਕਹਿੰਦੇ ਨੇ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਕੋਈ ਜੀ ਜਿਹੜਾ ਹੈ ਉੱਤਮ ਜਾਂ ਨੀਚ ਹੈ, ਕੋਈ ਚੰਗੇ ਕਰਮ ਜਾਂ ਮਾੜੇ ਕਰਮ ਜਿਹੜਾ ਹੈ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਕਰ ਰਿਹਾ ਹੈ। ਤਾਂ ਜੇ ਕੋਈ ਬਹੁਤ ਚੰਗਾ ਹੈ ਤਾਂ ਵੀ ਉਸ ਪਰਮਾਤਮਾ ਦੇ ਹੁਕਮ 'ਚ ਹੈ, ਜੇ ਕੋਈ ਬਹੁਤ ਮਾੜਾ ਹੈ ਤਾਂ ਵੀ ਉਹ ਉਸੀ ਪਰਮਾਤਮਾ ਦੇ ਹੁਕਮ 'ਚ ਹੈ। ਮਹਾਰਾਜ ਅੱਗੇ ਕਹਿੰਦੇ ਹਨ ਹੁਕਮ ਲਿਖ ਦੁੱਖ ਸੁੱਖ ਪਾਈਏ ਕਿ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਨਾਲ ਹੀ ਜਿਹੜੇ ਸਾਨੂੰ ਸੁੱਖ ਤੇ ਦੁੱਖ ਹੈ ਇਹ ਪ੍ਰਾਪਤ ਹੁੰਦੇ ਹਨ। ਮਤ ਅਸੀਂ ਸੋਚੀਏ ਕਿ ਜਿਹੜੇ ਸੁੱਖ ਹਨ ਉਹ ਮੇਰੇ ਕਰਕੇ ਹੈ ਔਰ ਜਿਹੜਾ ਦੁੱਖ ਹੈ ਉਹ ਕਿਸੇ ਹੋਰ ਕਰਕੇ ਹੈ। ਦੋਨੋਂ ਸੁੱਖ ਦੁੱਖ ਜੋ ਹਨ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਸਾਡੇ ਨਾਲ ਲਿਖੇ ਗਏ ਹਨ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਪਵਾਈ ਹੈ। ਮਹਾਰਾਜ ਕਹਿੰਦੇ ਹਨ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਅੰਦਰ ਕਈ ਜੀਆਂ ਨੂੰ ਜਿਹੜੀ ਹੈ ਉਹ ਬਖਸ਼ੀਸ਼ ਮਿਲ ਗਈ ਹੈ, ਉਸ ਪ੍ਰਭੂ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣ ਗਏ ਹਨ ਔਰ ਕਈ ਜਿਹੜੇ ਜੀ ਹਨ ਉਹ ਹਲੇ ਵੀ ਉਸੀ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਵਿੱਚ ਜੀਵਨ ਮੌਤ ਦੇ ਗੇੜ 'ਚ ਲੱਗੇ ਹੋਏ ਹਨ। ਨਿਤ ਨਿਤ ਉਹਨਾਂ ਦਾ ਜਨਮ ਹੋ ਰਿਹਾ ਹੈ, ਨਿਤ ਨਿਤ ਮਰ ਰਹੇ ਹਨ। ਅੱਗੇ ਮਹਾਰਾਜ ਫਰਮਾਉਂਦੇ ਹਨ ਇੱਕ ਹੁਕਮੀ ਸਦਾ ਪਵਾਈ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਤਾਂ ਮਹਾਰਾਜ ਕਹਿੰਦੇ ਹਨ ਇਹ ਜੋ ਮੈਂ ਵਿਚਾਰ ਦਿੱਤੀ ਹੈ ਇਹਨਾਂ ਨੂੰ ਇੱਕ ਇਸ਼ਾਰਾ ਮਾਤਰ ਸਮਝਿਓ। ਬਸ ਇਹ ਜਾਣ ਲਿਓ ਕਿ ਸਾਰੇ ਹੀ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਅੰਦਰ ਹਨ। ਉਸਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ, ਨਾ ਤਾਂ ਉਸਦੇ ਹੁਕਮ ਤੋਂ ਬਾਹਰ ਕੋਈ ਹੈ ਔਰ ਨਾ ਹੀ ਉਹਦੇ ਹੁਕਮ ਤੋਂ ਬਾਹਰ ਕੋਈ ਜਾ ਸਕਦਾ ਹੈ। ਤਾਂ ਮਹਾਰਾਜ ਕਹਿੰਦੇ ਹਨ ਹੁਕਮੇ ਅੰਦਰ ਸਭ ਕੋ, ਸਾਰੇ ਹੀ ਸਾਰੇ ਜੀ ਜੰਤ, ਸਾਰੇ ਆਕਾਰ, ਸ੍ਰਿਸ਼ਟੀਆਂ, ਬ੍ਰਹਿਮੰਡ, ਖੰਡ,
ਜੋ ਵੀ ਹਨ ਉਹ ਸਭ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਹਨ। ਬਾਹਰ ਹੁਕਮ ਨਾ ਕੋਈ। ਮਹਾਰਾਜ ਕਹਿੰਦੇ ਉਸਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ। ਫਿਰ ਮਹਾਰਾਜ ਅਖੀਰਲੀ ਪੰਕਤੀਆਂ ਦੇ ਵਿੱਚ ਫਰਮਾਉਂਦੇ ਹਨ, ਨਾਨਕ ਹੁਕਮੈ ਜੈ ਬੁਝੈ ਤਾਂ ਹਉਮੈ ਕਹੇ ਨਾ ਕੋਈ। ਮਹਾਰਾਜ ਕਹਿੰਦੇ ਹਨ ਜੇ ਕੋਈ ਉਸ ਪ੍ਰਭੂ ਪਰਮਾਤਮਾ ਦਾ ਇਹ ਹੁਕਮ ਜਿਹੜਾ ਹੈ ਉਹਨੂੰ ਬੁੱਝ ਲੈਂਦਾ ਹੈ, ਭਾਵ ਜਿਹੜੀ ਇਹ ਪਹੇਲੀ ਹੈ ਜੇ ਇਹਨੂੰ ਸਮਝ ਲੈਂਦਾ ਕਿ ਉਹਦਾ ਹੁਕਮ ਕੀ ਹੈ, ਤਾਂ ਉਹਦੇ ਅੰਦਰ ਜਿਹੜੀ ਹਉਮੈ ਹੈ, ਮੈਂ ਹੈ ਕਿ ਮੈਂ ਕਰਦਾ, ਮੈਂ ਕਰਤਾ ਹਾਂ, ਸੁੱਖ ਦੁੱਖ ਮੇਰੇ ਕਰਕੇ ਹਨ ਜਾਂ ਵਡਿਆਈਆਂ ਮੇਰੇ ਕਰਕੇ ਹਨ, ਜਾਂ ਇਹ ਘਰ ਮੈਂ ਬਣਾਇਆ ਹੈ, ਬੰਗਲਾ ਮੈਂ ਬਣਾਇਆ ਹੈ, ਇਹ ਮੇਰੀ ਮਿਹਨਤ ਹੈ, ਮੇਰੀ ਕਿਰਤ ਹੈ, ਤਾਂ ਮਹਾਰਾਜ ਕਹਿੰਦੇ ਹਨ ਇਹ ਉਹਦੀ ਜਿਹੜੀ ਮੈਂ ਹੈ ਉਹ ਖਤਮ ਹੋ ਜਾਏਗੀ ਅਤੇ ਉਸਨੂੰ ਇਹ ਸੋਝੀ ਮਿਲ ਜਾਏਗੀ ਕਿ ਸਾਰਾ ਕੁਛ ਜੋ ਤੇਰੇ ਕੋਲ ਅੱਜ ਹੈ ਜਾਂ ਨਹੀਂ ਹੈ, ਜਾਂ ਸੁੱਖ ਹੈ ਜਾਂ ਦੁੱਖ ਹੈ, ਇਹ ਸਭ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਤੇਰੇ ਨਾਲ ਹੋ ਰਿਹਾ ਹੈ। ਤਾਂ ਮਹਾਰਾਜ ਆਖਰੀ ਜਿਹੜੀ ਪੰਕਤੀਆਂ ਹਨ ਉਹਦੇ ਵਿੱਚ ਕਹਿ ਰਹੇ ਹਨ, ਨਾਨਕ ਹੁਕਮੈ ਜੈ ਬੁਝੈ ਤਾਂ ਹਉਮੈ ਕਹੇ ਨਾ ਕੋਈ। ਤਾਂ ਜਿਸ ਨੇ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਨੂੰ ਬੁੱਝ ਲਿਆ ਹੈ, ਜਿਵੇਂ ਪਹੇਲੀ ਬੁੱਝੀ ਜਾਂਦੀ ਹੈ, ਉਸ ਤਰ੍ਹਾਂ ਜੇ ਇਸਨੇ ਪਰਮਾਤਮਾ ਦੇ ਹੁਕਮ ਨੂੰ ਬੁੱਝ ਲਿਆ ਹੈ, ਉਹ ਫਿਰ ਹਉਮੈ ਨਹੀਂ ਕਰਦਾ, ਉਹਦੇ ਅੰਦਰ ਫਿਰ ਹਉਮੈ ਨਹੀਂ ਆਉਂਦੀ, ਫਿਰ ਉਹ ਮੈਂ ਨਹੀਂ ਕਰਦਾ, ਫਿਰ ਉਹ ਹਰ ਸਮੇਂ ਕਹਿੰਦਾ ਹੈ ਜੋ ਹੈ ਤੇਰੇ ਕਿਰਪਾ ਨਾਲ ਹੈ। ਇਸ ਤਰ੍ਹਾਂ ਦੂਸਰੀ ਪੰਕਤੀ ਦੇ ਵਿੱਚ ਜੋ ਮਹਾਰਾਜ ਨੇ ਪਹਿਲਾਂ ਉਚਾਰਨ ਕੀਤਾ ਸੀਗਾ ਕਿ ਹੁਕਮ ਨਾ ਕਿਹਾ ਜਾਈ, ਤਾਂ ਇਸ ਚੀਜ਼ ਨੂੰ ਧਿਆਨ ਰੱਖਣਾ ਹੈ ਕਿ ਮਤ ਇਹ ਸਮਝਣਾ ਕਿ ਇਹ ਦੂਸਰੀ ਪੌੜੀ ਵਿੱਚ ਮਹਾਰਾਜ ਨੇ ਹੁਕਮ ਦਾ ਸਾਰਾ ਵਰਣਨ ਕਰ ਦਿੱਤਾ ਹੈ। ਮਹਾਰਾਜ ਨੇ ਇੱਕ ਬਸ ਇਸ਼ਾਰਾ ਮਾਤਰ ਕੀਤਾ ਹੈ ਕਿ ਉਹ ਪ੍ਰਭੂ ਪਰਮਾਤਮਾ ਦਾ ਹੁਕਮ ਕੀ ਹੈ। ਆਓ ਜੀ, ਜਿਹੜੀ ਆਉਣ ਵਾਲੀ ਵੀਡੀਓਜ਼ ਹਨ ਉਹਨਾਂ ਵਿੱਚ ਅਸੀਂ ਹੁਣ ਜਪਜੀ ਸਾਹਿਬ ਜੀ ਦੀ ਇਸੀ ਦੂਸਰੀ ਪੌੜੀ ਦੀ ਪੰਕਤੀ ਸਾਰ ਜਿਹੜੀ ਵਿਚਾਰ ਹੈ ਉਹ ਸਾਂਝੀ ਕਰਾਂਗੇ। ਇੱਕ ਇੱਕ ਪੰਕਤੀ ਦੀ ਜਿਹੜੀ ਵਿਚਾਰ ਹੈ ਉਹ ਅਗਲੀ ਵੀਡੀਓਜ਼ ਦੇ ਵਿੱਚ ਆਪ ਜੀ ਨਾਲ ਸਾਂਝੀ ਕੀਤੀ ਜਾਏਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।